ਬਾਕੀ ਸਿਰੇ ਤੁਸੀਂ ਖੇਤ ਸਾਡਾ ਦੇਖ ਹੀ ਰਹੇ ਹੋਗੇ ਵੀ ਦੇਖ ਲਿਆ ਵੀ ਖੇਤ ਦੇ ਵਿੱਚ ਕੀ ਯੂਜ਼ ਹੁੰਦਾ। ਜੇ ਖੇਤ ਦੇ ਵਿੱਚ ਕੈਮੀਕਲ ਯੂਜ਼ ਹੁੰਦਾ ਤਾਂ ਇੰਨੇ ਗੰਡੋਏ ਨਹੀਂ ਹੋਣੇ ਸੀਗੇ। ਤੁਸੀਂ ਮੇਰੀ ਮਾਤਾ ਜੀ ਦੇਖੀ ਆ ਜੀ? ਹਾਂਜੀ ਦੇਖੀ ਹੈ ਜੀ। ਉਹਦੀ 80 ਸਾਲ ਦੀ ਉਮਰ ਹੈ। ਉਹਦੀਆਂ ਭੈਣਾਂ ਮੰਜੇ 'ਚ ਬੈਠੀਆਂ, ਮੰਜੇ ਦਾ ਪਾਵਾ ਫੜ ਕੇ ਤੁਰਦੀਆਂ ਤੇ ਉਹ ਸਾਡੇ ਨਾਲ ਸਾਗ ਚਲਾਉਂਦੀ ਆ, ਲਸਣ ਛਿਲਦੀ ਆ, ਸਾਰਾ ਕੰਮ ਕਰਦੀ ਹੈਗੀ ਜੀ। ਇੱਥੋਂ ਹੀ ਤੁਸੀਂ ਉਦਾਹਰਨ ਲਾ ਲਓ। ਸਾਫ਼-ਸਾਫ਼ ਲਫ਼ਜ਼ਾਂ ਦੇ ਵਿੱਚ ਤੁਹਾਡੀ ਮਹੀਨੇ ਦੀ ਆਮਦਨ ਕਿੰਨੀ ਹੈ? ਮੈਡਮ ਨਾ ਤਾਂ ਆਮਦਨ ਮੈਂ ਜੋੜੀ ਹੈ ਤੇ ਨਾ ਹੀ ਜੁੜੇ ਮੇਰੀ ਆਮਦਨ। ਜਦੋਂ ਅਸੀਂ ਆਰਗੈਨਿਕ ਸ਼ੁਰੂ ਕੀਤੀ ਜੀ, ਕਹਿੰਦੇ ਸੀਗੇ ਵੀ ਇਹਦੇ ਵਿੱਚ ਵੀ ਆਰਗੈਨਿਕ ਦੇ ਵਿੱਚ ਤੁਹਾਨੂੰ ਇਹਦੇ ਵਿੱਚ ਕੁਝ ਨਹੀਂ ਮਿਲਣਾ ਹੈਗਾ, ਤੁਸੀਂ ਭੁੱਖੇ ਮਰੋਗੇ, ਵੀ ਤੁਸੀਂ ਇਹ ਕੰਮ ਨਾ ਕਰੋ। ਅੱਛਾ, ਹਾਂਜੀ। ਫਿਰ ਕੀ ਦਿਮਾਗ ਦੇ ਵਿੱਚ ਚੱਲੀ ਗੱਲ? ਇਹ ਅਸੀਂ ਨਹੀਂ ਜੀ ਛੱਡਿਆ ਹੈਗਾ, ਅਸੀਂ ਆਪਦੀ ਚਾਲ ਤੇ ਹੀ ਆਪਦਾ ਕੰਮ ਕਰੀ ਗਏ। ਵੀ ਜਿਵੇਂ ਹੁਣ ਰੋਜ਼ਾਨਾ ਦਾ ਆਪਣਾ ਡੇਲੀ ਦਾ ਫਸਲ ਹੈਗੀ, 6 ਮਹੀਨਿਆਂ ਤੋਂ ਆਉਂਦਾ ਝੋਨਾ, ਨਰਮਾ ਚਾਹੇ ਕਣਕ ਹੈ, ਵੀ ਇਹ 6 ਮਹੀਨਿਆਂ ਦੀ ਫਸਲ ਆਏਗੀ। ਤੇ ਹੁਣ ਸਬਜ਼ੀ ਦਾ ਆਪਣਾ ਡੇਲੀ ਦਾ ਰੋਜ਼ਾਨਾ ਦੀ ਸੇਲ ਆਏਗੀ। ਬਾਕੀ ਆ 5 ਜਣੇ ਲੇਬਰ ਵਾਲੇ ਵੀ ਬੈਠੇ ਆ ਜੀ, ਇਹਨਾਂ ਨੂੰ ਵੀ ਮੈਂ ਪਾਲ ਦਾਂਗਾ। ਇਹ ਨਾ ਤੁਸੀਂ ਮੇਰੀ ਕਮਾਈ ਗਿਣੋ ਵੀ ਕਮਾਈ ਜ਼ਿਆਦਾ ਹੈਗੀ, ਕਮਾਈ ਨਹੀਂ ਮੇਰੇ ਕੋਲ ਹੈਗੀ, ਕਿਉਂਕਿ ਲੇਬਰ ਵੀ ਉਹਨਾਂ ਦੀ ਵੀ ਕਰ ਦਿੱਤਾ ਹੋਇਆ ਹੈਗਾ। 5 ਜਣੇ ਹੈਗੇ, ਕਿਤੇ 6 ਵੀ ਹੋ ਜਾਂਦੇ ਆ। ਇਹ ਹੈ ਨਾ ਵੀ ਇੱਕ ਪਾਸੇ ਬਚਾ ਰੇਹਾਂ ਸਪਰੇਹਾਂ ਤੇ ਪੈਸਾ ਨਹੀਂ ਲੱਗ ਰਿਹਾ ਤੁਹਾਡਾ। ਹਾਂਜੀ ਬਿਲਕੁਲ ਇਹ ਹੈਗਾ ਜੀ, ਕਿਉਂਕਿ ਰੇਹਾਂ ਸਪਰੇਹਾਂ ਤੇ ਮੇਰਾ ਕੋਈ ਖਰਚਾ ਨਹੀਂਗਾ। वो ये है कि ये पेस्टिसाइड्स फ्री हैं, तो हम लोग को सेटिस्फेक्शन होती है कि हम लोग जो बच्चों को फीड कर रहे हैं वो ठीक चीज़ खिला रहे हैं, कुछ गलत नहीं खिला रही हैं। हर चीज़ पे आजकल पेस्टिसाइड्स ही पेस्टिसाइड्स हैं। लोग ये नहीं देखते, फार्मर्स ये नहीं देखते कि कितना हार्म हो रहा है उससे। बट मेन पॉइंट है जो हमारी हेल्थ है, उसे हमें ये लगता है कि हम ये सब्ज़ी यूज़ कर रहे हैं तो एटलीस्ट हम बच्चों को सही चीज़ खिला रहे हैं। ਕੱਦੂ ਜਾਂ ਬਾਜ਼ਾਰ ਵਾਲਾ ਕੱਦੂ ਲੈ ਕੇ ਆਉਂਦੇ ਆਪਾਂ ਨਾ ਜੀ, ਹੁਣ ਇੱਕ ਦਿਨ ਤੁਸੀਂ ਕੱਟ ਕੇ ਰੱਖ ਲਓ। ਮੰਨ ਲਓ ਆਪਾਂ ਸਵੇਰੇ ਸਬਜ਼ੀ ਬਣਾਉਣੀ, ਪਹਿਲਾਂ ਬਲੈਕ ਕਾਲਾ ਹੋ ਜਾਂਦਾ ਉਹ। ਇਹਦੇ ਕੱਦੂ ਬਾਅਦ 2-3 ਦਿਨ ਫਰਿੱਜ 'ਚ ਰੱਖੀ ਰੱਖੋ ਜੀ, ਕੋਈ ਫਰਕ ਨਹੀਂ ਪੈਂਦਾ। ਐਵੇਂ ਗੋਭੀ ਇਹਨਾਂ ਦੀ ਜੀ, ਗੋਭੀ ਦੇ ਪ੍ਰੈਕਟੀਕਲ ਕਰਕੇ ਦੇਖਿਆ, ਅਸੀਂ ਆਪ ਖੁਦ ਪ੍ਰੈਕਟੀਕਲ ਕੀਤਾ। ਅਸੀਂ ਅੱਜ ਗੋਭੀ ਬਾਜ਼ਾਰ ਵਾਲੀ ਗੋਭੀ ਲਿਆਏ ਜੀ, ਉਹ ਕੱਦੂ ਕਰਕੇ ਵਿੱਚ ਰੱਖੀ ਪਰੌਂਠੇ ਨੂੰ ਸਵੇਰੇ, ਉਹ ਹਲਕੀ ਹਲਕੀ ਸਮੈਲ ਆਉਣ ਲੱਗੀ, ਥੋੜੀ ਬਲੈਕ ਹੋ ਗਈ। ਇਹਦੀ ਗੋਭੀ ਕੱਦੂ ਕਰਕੇ ਅਸੀਂ ਕਮ ਸੇ ਕਮ 4-5 ਦਿਨ ਰੱਖੀ ਰਹੀ ਹੈ ਜੀ। 4-5 ਦਿਨ ਉਹ ਪਰੌਂਠੇ ਬਣਾਏ ਉਹਦੇ, ਸਭ ਬਿਲਕੁਲ ਉਵੇਂ ਬਣੇ ਆ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਬੋਲੀ ਹੌਲੀ ਬਾਬਾ। ਮੈਂ ਹਾਂ ਤੁਹਾਡੇ ਨਾਲ ਆਕਾਂक्षा। ਅੱਜ ਜਿੱਥੇ ਅਸੀਂ ਸਭ ਕੁਝ ਸ਼ੁੱਧ ਖਾਣ ਦੀ ਗੱਲ ਕਰਦੇ ਹਾਂ ਕਿ ਸ਼ੁੱਧ ਖਾਣਾ ਖਾਓ, ਸ਼ੁੱਧ ਜਿਹੜੀ ਡਾਈਟ ਹੈਗੀ ਹੈ ਸ਼ੁੱਧ ਲਓ, ਪਰ ਇਨਸਾਨ ਕਨਫਿਊਜ਼ਡ ਵੀ ਹੈ ਕਿ ਸ਼ੁੱਧ ਖਾਵੇ ਕਿਵੇਂ, ਕਿਉਂਕਿ ਸਾਡੀਆਂ ਜ਼ਮੀਨਾਂ ਦੇ ਵਿੱਚ ਵੀ ਜ਼ਹਿਰ ਹੈ, ਸਾਡੇ ਪਾਣੀਆਂ ਦੇ ਵਿੱਚ ਵੀ ਜ਼ਹਿਰ ਹੈ। ਅਸੀਂ ਜਿਹੜਾ ਦੁੱਧ ਪੀਂਦੇ ਹਾਂ ਉਹ ਵੀ ਪਿਓਰ ਨਹੀਂ ਆਉਂਦਾ, ਜਿਹੜੀਆਂ ਸਬਜ਼ੀਆਂ ਖਾਂਦੇ ਉਹ ਵੀ ਪਿਓਰ ਨਹੀਂ ਆਉਂਦੀਆਂ। ਅੱਜ ਅਸੀਂ ਇੱਕ ਅਜਿਹੇ ਕਿਸਾਨ ਕੋਲੇ ਪਹੁੰਚੇ ਹਾਂ ਜਿਨ੍ਹਾਂ ਦੀ ਜ਼ਮੀਨ ਤਾਂ ਬਹੁਤ ਘੱਟ ਹੈ, ਪਰ ਉਹ ਕੰਮ ਬੜਾ ਘੈਂਟ ਕਰ ਰਹੇ ਨੇ। ਹੁਣ ਤੁਸੀਂ ਇਹ ਸੋਚਦੇ ਹੋਵੋਗੇ ਕਿ ਘੱਟ ਜ਼ਮੀਨ ਵਾਲਾ ਇਨਸਾਨ ਕੀ ਘੈਂਟ ਕੰਮ ਕਰ ਸਕਦਾ ਹੈ? ਬਿਲਕੁਲ ਕਰ ਸਕਦਾ ਹੈ ਜੀ। ਇਹ ਤੁਸੀਂ ਕਪਲ ਦੇਖ ਰਹੇ ਹੋ ਮੇਰੇ ਪਿੱਛੇ, ਇਹ ਅੰਕਲ ਤੇ ਆਂਟੀ ਪਿਛਲੇ 19 ਸਾਲਾਂ ਤੋਂ ਕੁਦਰਤੀ ਜਿਹੜੀ ਸਬਜ਼ੀ ਹੈ ਉਹ ਬੀਜ ਰਹੇ ਨੇ, ਔਰ ਸ਼ਹਿਰ ਬਠਿੰਡਾ ਜਾ ਕੇ ਉੱਥੇ ਬੜੇ ਪਪੂਲਰ ਹੈ, ਇਹਨਾਂ ਦੇ ਬੜੇ ਗਾਹਕ ਨੇ ਜੋ ਇਹਨਾਂ ਤੋਂ ਰੈਗੂਲਰ ਸਬਜ਼ੀ ਖਰੀਦਦੇ ਨੇ ਔਰ ਇਹਨਾਂ ਤੋਂ ਸਬਜ਼ੀ ਖਰੀਦਣ ਆਉਂਦੇ ਨੇ। ਤਾਂ ਅੱਜ ਇਹਨਾਂ ਦੇ ਖੇਤਾਂ ਦੇ ਵਿੱਚ ਪਹੁੰਚੇ ਹਾਂ। ਜੇਕਰ ਇਹਨਾਂ ਦੀ ਪੈਲੀ ਦੀ ਗੱਲ ਕਰ ਲਈਏ ਤਾਂ ਇਹਨਾਂ ਕੋਲੇ ਸਿਰਫ ਆਪਣੀ ਜ਼ਮੀਨ 1.5 ਕਿੱਲਾ ਹੀ ਹੈ। ਬਾਕੀ ਇਹਨਾਂ ਨੇ 3-3.5 ਕਿੱਲੇ ਜ਼ਮੀਨ ਜਿਹੜੀ ਹੈਗੀ ਹੈ ਉਹ ਠੇਕੇ ਤੇ ਲੈ ਕੇ ਬਿਲਕੁਲ ਰੇ ਸਪਰੇ ਰਹਿਤ ਜਿਹੜੀ ਸਬਜ਼ੀ ਹੈ ਉਹ ਬੀਜਦੇ ਹੈ। ਉਹ ਤੁਸੀਂ ਸਟੋਰੀ ਸਾਡੀ ਚੱਲ ਰਹੀ ਹੈ, ਤੁਹਾਨੂੰ ਦੇਖ ਕੇ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਦੀ ਜਿਹੜੀ ਦਿੱਖ ਹੈ ਸਬਜ਼ੀ ਦੀ, ਜਾਂ ਜਿਹੜੇ ਪੌਦੇ ਲੱਗੇ ਹੋਏ ਨੇ ਉਹ ਕਿਸ ਤਰ੍ਹਾਂ ਦੇ ਨੇ। ਹੁਣ ਤੁਸੀਂ ਦੇਖ ਸਕਦੇ ਹੋ ਵੀ ਆਹ ਅਰਬੀ ਲੱਗੀ ਹੋਈ ਹੈ, ਤਾਂ ਅੰਕਲ ਨੇ ਦੱਸਿਆ ਵੀ ਜਮਾ ਕੁਦਰਤੀ ਇਹਦਾ ਰੰਗ ਹੈ, ਇਹਦੇ ਵਿੱਚ ਕੋਈ ਰੇ ਸਪਰੇ ਨਹੀਂ ਪਾਈ ਹੋਈ ਔਰ ਕੁਦਰਤੀ ਹੀ ਇਸ ਤਰ੍ਹਾਂ ਦਾ ਰੰਗ ਹੈ। ਔਰ ਜਿਹੜੀ ਰੇ ਸਪਰੇ ਵਾਲੀ ਅਰਬੀ ਹੁੰਦੀ ਹੈ ਉਹਦੇ ਜਮਾ ਹੈ ਹਰੇ ਹਰੇ ਪੱਤੇ ਹੋਣਗੇ, ਬਸ ਵੀ ਜਿਵੇਂ ਧਰਤੀ 'ਚੋਂ ਹੁਣੀ ਹੀ ਆਇਆ ਬਾਹਰ। ਬਾਕੀ ਗੱਲਬਾਤ ਅੰਕਲ ਆਂਟੀ ਦੇ ਨਾਲ ਕਰਦੇ ਹਾਂ ਅਸੀਂ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ।
ਜੀ ਆਇਆਂ ਨੂੰ ਜੀ, ਤੁਹਾਡਾ ਇੱਥੇ ਧੰਨਵਾਦ ਕਰਦੇ ਹਾਂ ਜੀ। ਜੀ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਵਾਸਤੇ। ਅੱਛਾ ਅੰਕਲ, ਮੈਂ ਤੁਹਾਡੀ ਸਬਜ਼ੀ ਦੇਖੀ ਬੜੀ ਵਧੀਆ। ਮੈਂ ਅੱਜ ਪਹਿਲੀ ਵਾਰੀ, ਮੇਰੀ 28 ਸਾਲ ਦੀ ਉਮਰ ਹੋ ਗਈ, ਮੈਂ ਪਹਿਲੀ ਵਾਰੀ ਕੁਦਰਤੀ ਬੀਜੀ ਹੋਈ ਸਬਜ਼ੀ ਦੇਖੀ ਹੈ ਔਰ ਸਾਨੂੰ ਵੀ ਨਜ਼ਾਰਾ ਹੀ ਆ ਗਿਆ। ਗੰਡੋਏ ਦੇਖੇ ਤਾਂ ਕਿਸ ਤਰ੍ਹਾਂ ਤੁਹਾਡੇ ਦਿਮਾਗ 'ਚ ਆਇਆ, ਜਿਵੇਂ ਅੱਜ ਕੱਲ੍ਹ ਕਿਸਾਨ ਸੋਚਦਾ ਹੈ ਕਿ ਮੈਂ ਤਾਂ ਵੱਧ ਤੋਂ ਵੱਧ ਮੁਨਾਫਾ ਕਰਾਂ, ਤਾਂ ਤੁਹਾਡੇ ਕਿਸ ਤਰ੍ਹਾਂ ਮਾਈਂਡ ਦੇ ਵਿੱਚ ਆਇਆ ਵੀ ਕੁਦਰਤੀ ਖੇਤੀ ਕਰਨੀ ਹੈ? ਔਰ ਜਿਵੇਂ ਤੁਸੀਂ ਦੱਸਿਆ ਕਿ ਜਿਵੇਂ ਹੁਣ ਆਹ ਪਿੱਛੇ ਬੈਂਗਣੀ ਲੱਗੀ ਹੈ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਕਾਣੀ ਬੈਂਗਣੀ ਹੋਊਗੀ, ਜਿਹੜੀ ਸਹੀ ਬੈਂਗਣੀ ਤਾਂ ਬਹੁਤ ਘੱਟ ਹੋਊਗੀ, ਤਾਂ ਫਿਰ ਉਹਦੇ ਵਿੱਚ ਤੁਹਾਨੂੰ ਕੀ ਫਾਇਦਾ? ਨਹੀਂ, ਫਾਇਦਾ ਇਹ ਹੈ ਜੀ, ਦੇਖੋ ਵੀ ਜਿਵੇਂ ਮੰਨ ਕੇ ਚੱਲੋ ਵੀ ਜਿਹੜੇ ਸਪਰੈਟ ਆ ਬੰਦੇ, ਉਹਨਾਂ ਨੂੰ ਪਤਾ ਹੁੰਦਾ ਵੀ ਇਹ ਆਰਗੈਨਿਕ ਹੈਗੀ, ਜਿਹੜੀ ਕਾਣੀ ਹੋਊਗੀ ਉਹੀ ਆਰਗੈਨਿਕ ਹੋਊਗੀ, ਜਿਹੜੀ ਸਾਫ਼ ਹੋਊਗੀ ਉਹ ਆਰਗੈਨਿਕ ਨਹੀਂ ਹੋਊਗੀ। ਜਿਵੇਂ ਮੰਨ ਕੇ ਚੱਲੋ ਵੀ ਤੁਸੀਂ ਦੇਖਿਆ ਵੀ, ਤੁਸੀਂ ਪੁੱਛਿਆ ਮੈਨੂੰ ਵੀ ਕਿੰਨੀ ਕੁ ਬੈਂਗਣੀ ਨਿਕਲੂਗੀ, ਬੈਂਗਣੀ ਇਹਦੇ ਚੋਂ ਵੱਧ ਤੋਂ ਵੱਧ 10-12 ਕਿਲੋ ਬੈਂਗਣੀ ਐਤਵਾਰ ਨੂੰ ਨਿਕਲੂਗੀ। ਠੀਕ ਹੈ ਜੀ, ਉਹੀ ਅਸੀਂ ਤੋੜ ਕੇ ਲਿਜਾਣੀ ਹੈ। ਠੀਕ ਹੈ ਜੀ। ਬਾਕੀ ਸਿਰੇ ਤੁਸੀਂ ਖੇਤ ਸਾਡਾ ਦੇਖ ਹੀ ਰਹੇ ਹੋਗੇ ਵੀ, ਦੇਖ ਲਿਆ ਵੀ ਖੇਤ ਦੇ ਵਿੱਚ ਕੀ ਯੂਜ ਹੁੰਦਾ। ਜੇ ਖੇਤ ਦੇ ਵਿੱਚ ਕੈਮੀਕਲ ਯੂਜ ਹੁੰਦਾ ਤਾਂ ਇੰਨੇ ਗੰਡੋਏ ਨਹੀਂ ਹੋਣੇ ਸੀਗੇ। ਅੱਛਾ ਅੰਕਲ, ਤੁਸੀਂ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਵੀ ਉਹ ਕਿਵੇਂ ਪਛਾਣ ਕਰਨ ਵੀ ਕਿਹੜੀ ਸਬਜ਼ੀ ਆਰਗੈਨਿਕ ਹੈ ਤੇ ਕਿਹੜੀ ਸਬਜ਼ੀ ਜਿਹੜੀ ਹੈ ਰੇ ਸਪਰੇ ਨਾਲ ਮਤਲਬ ਜਿਹੜੀ ਆ ਉਹ ਬਣਾਈ ਹੋਈ ਹੈ? ਦੇਖੋ ਜੀ, ਜੇ ਮੈਂ ਜ਼ਿਆਦਾ ਕੁਛ ਬੋਲਦਾ ਤਾਂ ਮੁੜ ਕੇ ਮੇਰੇ ਖਿਲਾਫ ਦੂਸਰੇ ਬੰਦੇ ਹੋ ਜਾਂਦੇ ਹੈਗੇ ਵੀ ਤੂੰ ਸਾਨੂੰ ਭੰਡਦਾਗਾ। ਮੈਂ ਇਹ ਨਹੀਂ ਗੱਲ ਕਹਿੰਦਾ ਹੈਗਾ ਵੀ ਦੂਜੀ ਖੇਤੀ ਮਾੜੀ ਹੈਗੀ ਕੈਮੀਕਲ ਵਾਲੀ, ਕਿਉਂਕਿ ਉਹਨਾਂ ਨੇ ਵੀ ਠੇਕੇ ਤੇ ਬਾਂਹ ਲਏ ਹੁੰਦੇ ਆ, ਉਹਨਾਂ ਨੇ ਵੀ ਆਪਦੇ ਜਵਾਕ ਪਾਲਣੇ ਆ। ਜੋ ਮੈਨੂੰ ਰੱਟ ਲੱਗ ਗਈ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਜੋ ਪ੍ਰਾਈਵੇਟ ਕੰਪਨੀਆਂ ਜਾਂ ਸਰਕਾਰਾਂ ਸਾਡਾ ਨਾਲ ਚੱਲਣ, ਸਾਡੀ ਸਪੋਰਟ ਕਰਨ, ਉਸ ਹਿਸਾਬ ਨਾਲ ਅਸੀਂ ਆਰਗੈਨਿਕ ਦੇ ਵਿੱਚ ਆ ਸਕਦੇ ਹਾਂ ਜੀ। ਹਾਂਜੀ। ਤਾਂ ਹੁਣ ਜਿਵੇਂ ਦੇਖੋ ਅਸੀਂ ਦੇਖਦੇ ਹਾਂ ਵੀ ਕੀੜੇ ਤਾਂ ਇਹਨਾਂ ਤੇ ਵੀ ਆਉਂਦੇ ਆ, ਮਤਲਬ ਮੱਛਰ ਮੱਖੀ ਤਾਂ ਇਹਨਾਂ ਨੂੰ ਵੀ ਲੱਗਦਾ, ਫਿਰ ਤੁਸੀਂ ਇਹ ਸਬਜ਼ੀ ਦਾ ਬਚਾਅ ਕਿਵੇਂ ਕਰਦੇ ਹੋ? ਉਹ ਦੇਖੋ ਜੀ, ਸਾਡੇ ਟਰੈਪ ਲੱਗੇ ਹੋਏ ਆ, ਬਿਜਲੀ ਵਾਲੇ ਟਰੈਪ ਤੁਹਾਨੂੰ ਦਿਖਾਏ ਹੋਏ ਆ, ਉਹ ਬੋਤਲਾਂ ਵਾਲੇ ਟਰੈਪ ਦਿਖਾਏ ਆ। ਜਿਵੇਂ ਜਿਹੜੀ ਮੱਖੀ ਡੰਗ ਮਾਰਦੀ ਹੈਗੀ ਉਹਦੇ ਵਾਸਤੇ ਟਰੈਪ ਲਾਇਆ ਹੋਇਆ ਹੈ। ਜਿਹੜਾ ਮਤਲਬ ਭਮੱਕੜ ਆਂਡੇ ਦਿੰਦਾ ਹੈਗਾ, ਸੁੰਡੀ ਪੈਦਾ ਕਰਦਾ, ਉਹਦੇ ਵਾਸਤੇ ਅਸੀਂ ਬਿਜਲੀ ਵਾਲੇ ਟਰੈਪ ਲਾਏ ਹੋਏ ਆ। ਵੀ ਮੈਂ ਤੁਹਾਨੂੰ ਇੰਨਾ ਕਹਿ ਸਕਦਾ ਵੀ ਆਪਣੀਆਂ ਸਰਕਾਰਾਂ ਨੇ ਪਿਛਲੀਆਂ ਨੇ ਸਾਨੂੰ ਇੱਕ ਦੇਣ ਦਿੱਤੀ ਸੀਗੀ ਵੀ ਉਦੋਂ ਸਾਨੂੰ ਟਰੈਪ ਵੰਡੇ ਸੀਗੇ। ਉਹ ਨੇਟਰੋਪਾਈਡ ਹੈ ਕਿ ਉਹ ਪਤਾ ਨਹੀਂ ਮੈਨੂੰ ਕੀ ਉਹ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਉਹਨਾਂ ਨੂੰ, ਉਹ ਸਾਨੂੰ ਇੱਕ ਟਰੈਪ ਵੰਡੇ ਸੀਗੇ ਵੀ ਇਹ ਟਰੈਪ ਲਾਓ ਤੁਸੀਂ, ਤੁਹਾਡੇ ਜਿਹੜੇ ਭਮੱਕੜ ਆਗੇ ਸੁੰਡੀ ਪੈਦਾ ਕਰਦੇ ਆ, ਉਹ ਭਮੱਕੜ ਉਹਨਾਂ ਦੇ ਵਿੱਚ ਫਸ ਜਾਣਗੇ, ਉਹ ਬਾਹਰ ਨਹੀਂ ਨਿਕਲਣੇ ਤੇ ਤੁਹਾਡੇ ਖੇਤਾਂ ਨੂੰ ਸੁੰਡੀ ਨਹੀਂ ਪੈਣੀ। ਜਿਵੇਂ ਕਿ ਹੁਣ ਅਸੀਂ ਆਉਣ ਵਾਲੇ ਦਿਨਾਂ 'ਚ ਸਾਡੇ ਕੋਲੇ ਤੇਲੇ ਵਾਸਤੇ ਕਾਰਡ ਪਏ ਹੈਗੇ, ਉਹ ਅਸੀਂ ਲਾਉਣੇ ਆਗੇ, ਕਿਉਂਕਿ ਇਦੋਂ ਪਹਿਲਾਂ ਸਾਡੇ ਕੋਲੇ ਇੰਨਾ ਮਤਲਬ ਹੈ ਨਹੀਂ ਸੀਗਾ ਵੀ ਇੰਨੀ ਸਬਜ਼ੀ ਨਹੀਂ ਸੀ ਵੀ ਅਸੀਂ ਲਾਈ ਗਏ। ਤੇ ਆਉਣ ਵਾਲੇ ਦਿਨਾਂ 'ਚ ਅਸੀਂ ਉਹ ਟਰੈਪ ਵੀ ਲਾ ਰਹੇ ਹਾਂ, ਤੇਲੇ ਵਾਲੇ ਟਰੈਪ ਵੀ ਹੁੰਦੇ ਹੈਗੇ, ਤੇਲੇ ਵਾਲੇ ਟਰੈਪ ਵੀ ਲੱਗਦੇ ਆ ਜੀ। ਅੱਛਾ ਅੰਕਲ, ਇਹ ਦੱਸੋ ਮੈਨੂੰ ਵੀ ਹੁਣ ਪ੍ਰੈਜ਼ੈਂਟਲੀ ਤੁਹਾਡੇ ਕੋਲੇ ਕਿਹੜੀ ਕਿਹੜੀ ਸਬਜ਼ੀ ਹੈ? ਗਰਮੀਆਂ ਦੀ ਸਾਰੀ ਸੀਜ਼ਨਲ ਸਬਜ਼ੀ ਹੁੰਦੀ ਹੈ, ਫਿਰ ਸਰਦੀਆਂ ਦੀ ਸਾਰੀ ਸੀਜ਼ਨਲ ਸਬਜ਼ੀ ਹੁੰਦੀ ਹੈ? ਜਿਵੇਂ ਹੁਣ ਇਸ ਟਾਈਮ ਤੇ ਚੱਲ ਰਿਹਾ ਜੀ, ਕੱਦੂ ਚੱਲ ਰਿਹਾ, ਤੋਰੀ ਚੱਲ ਰਹੀ ਹੈ, ਭਿੰਡੀ ਚੱਲ ਰਹੀ ਹੈ, ਕਰੇਲੇ ਚੱਲ ਰਹੇ ਹੈਗੇ, ਚੌਲੇ ਚੱਲ ਰਹੇ ਹੈਗੇ, ਪਾਲਕ ਚੱਲ ਰਹੀ ਹੈਗੀ। ਪਾਲਕ ਤਾਂ ਮੇਰੇ ਕੋਲੇ ਹੋ ਗਏ 3 ਮਹੀਨੇ ਚੱਲਦੀ ਨੂੰ, ਕਿਉਂਕਿ ਗ੍ਰੀਨ ਹਾਊਸ ਲੱਗਿਆ ਹੈ, ਗ੍ਰੀਨ ਹਾਊਸ ਦੇ ਵਿੱਚ ਮੈਂ ਪਾਲਕ ਪੈਦਾ ਕਰ ਲਈ ਸੀਗੀ ਤੇ ਪਾਲਕ ਚੱਲਦੀ ਨੂੰ 3 ਮਹੀਨੇ ਹੋ ਗਏ। ਤੇ ਉਸ ਤੋਂ ਬਾਅਦ ਹੁਣ ਅਸੀਂ ਮੂਲੀ ਲਾਈ ਹੈ, ਪਾਲਕ ਲਾਈ ਹੈ, ਸਾਗ ਲਾਇਆ ਹੈ, ਸਲਗਮ ਲਾਤੇ, ਸ਼ਿਕੰਦਰ ਲਾਤੇ, ਮੂਲੀ ਲਾਤੀ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮਤਲਬ ਵੀ ਸਰਦੀ ਦੀ ਸਬਜ਼ੀ ਕਹਿ ਲਓ ਆਪਾਂ, ਇਹ ਆਉਣ ਵਾਲੇ ਦਿਨਾਂ 'ਚ ਚੱਲੂਗੀ ਜੀ। ਅੱਛਾ, ਆਪਾਂ ਕਹਿ ਦਿੰਦੇ ਹਾਂ ਵੀ ਆਪਣੇ ਇੱਧਰ ਵਾਲੇ ਪਾਸੇ ਕੈਂਸਰ ਬਹੁਤ ਹੈ ਲੋਕਾਂ ਨੂੰ, ਕਿਉਂਕਿ ਜਿਹੜੀ ਜ਼ਮੀਨ ਦੇ ਵਿੱਚ ਸਬਜ਼ੀ ਉੱਗ ਰਹੀ ਹੈ ਜਾਂ ਜਿਹੜੀ ਜ਼ਮੀਨ ਦੇ ਵਿੱਚ ਕਣਕ ਉੱਗ ਰਹੀ ਹੈ, ਉਹਦੇ ਵਿੱਚ ਦਵਾਈਆਂ ਪਾ ਕੇ, ਬਹੁਤ ਜ਼ਿਆਦਾ ਰੇਹਾਂ ਸਪਰੇਆਂ ਪਾ ਕੇ ਉਹ ਬਿਮਾਰ ਕੀਤੀ ਹੋਈ ਹੈ। ਫਿਰੋਜ਼ਪੁਰ ਕੋਲੇ ਕੋਈ ਜਗ੍ਹਾ ਹੈ, ਉੱਥੇ 10 ਕਿੱਲੇ ਜ਼ਮੀਨ ਹੈ ਜੀ, 10 ਕਿੱਲੇ ਪੈਲੀ, ਉਸ ਨੂੰ ਕੈਂਸਰ ਹੋਇਆ ਹੈ ਜ਼ਮੀਨ ਨੂੰ, ਔਰ ਉਹ ਸੰਗਲਾਂ ਪਾ ਕੇ, ਤਾਰਾਂ ਪਾ ਕੇ ਜਿਹੜੀ ਉਹ ਥਾਂ ਹੈ ਉਸ ਨੂੰ ਸੀਲ ਕੀਤਾ ਹੋਇਆ ਹੈਗਾ। ਤਾਂ ਜਿਹੜੀ ਤੁਸੀਂ ਸਬਜ਼ੀ ਬੀਜਦੇ ਹੋ, ਜਾਂ ਮੈਂ ਤੁਹਾਡੇ ਘਰ ਦੀ ਗੱਲ ਕਰਾਂ ਵੀ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਜੀ ਨੇ ਕਿ ਉਹ ਵਧੀਆ ਤੰਦਰੁਸਤ ਨੇ, ਕਿਉਂਕਿ ਤੁਸੀਂ ਤਾਂ ਬਹੁਤ ਸਾਲਾਂ ਤੋਂ ਇਹ ਜਿਹੜੀ ਰੇ ਸਪਰੇ ਰਹਿਤ ਜਿਹੜੀ ਸਬਜ਼ੀ ਆ ਉਹ ਖਾ ਰਹੇ ਹੋ। ਤੁਸੀਂ ਮੇਰੀ ਮਾਤਾ ਜੀ ਦੇਖੀ ਆ ਜੀ? ਹਾਂਜੀ ਦੇਖੀ ਹੈ ਜੀ। ਉਹਦੀ 80 ਸਾਲ ਦੀ ਉਮਰ ਹੈ। ਉਹਦੀਆਂ ਭੈਣਾਂ ਮੰਜੇ 'ਚ ਬੈਠੀਆਂ, ਮੰਜੇ ਦਾ ਪਾਵਾ ਫੜ ਕੇ ਤੁਰਦੀਆਂ, ਤੇ ਉਹ ਸਾਡੇ ਨਾਲ ਸਾਗ ਚਲਾਉਂਦੀ ਆ, ਲਸਣ ਛਿਲਦੀ ਆ, ਸਾਰਾ ਕੰਮ ਕਰਦੀ ਹੈਗੀ ਜੀ। ਇੱਥੋਂ ਹੀ ਤੁਸੀਂ ਉਦਾਹਰਨ ਲਾ ਲਓ ਵੀ ਮੇਰੀ ਮਾਤਾ ਤੋਂ ਸਾਰੀਆਂ ਉਹ ਵੱਡੀਆਂ ਆਈਆਂ, ਜਾਂ 1-2 ਮੇਰੀਆਂ ਮਾਸੀਆਂ ਛੋਟੀਆਂ ਵੀ ਹੈ, ਉਹ ਮੰਜੇ ਤੇ ਬੈਠੀਆਂ,
ਇਹ ਮੇਰੀ ਮਾਤਾ ਕੰਮ ਕਰੀ ਜਾਂਦੀ ਹੈਗੀ। ਅੱਛਾ ਤੁਸੀਂ ਮੈਮ ਇਹ ਦੱਸੋ ਵੀ ਕਿਹੋ ਜਿਹਾ ਜਿਹੜਾ ਰਿਸ਼ਤੇਦਾਰਾਂ ਦਾ ਕਿਹੋ ਜਿਹਾ ਤੁਹਾਨੂੰ ਸਾਥ ਰਿਹਾ ਜਦੋਂ ਤੁਸੀਂ ਦੱਸਿਆ ਵੀ ਅਸੀਂ ਤਾਂ ਸਿੱਧੀ ਬਿਜਾਈ ਜਿਹੜੀ ਹੈਗੀ ਆ ਕੁਦਰਤੀ ਬਿਜਾਈ ਕਰ ਰਹੇ ਹਾਂ? ਜਦੋਂ ਅਸੀਂ ਆਰਗੈਨਿਕ ਸ਼ੁਰੂ ਕੀਤੀ ਹੈ ਜੀ ਇਹ ਕਹਿੰਦੇ ਸੀਗੇ ਵੀ ਇਹਦੇ ਵਿੱਚ ਵੀ ਆਰਗੈਨਿਕ ਦੇ ਵਿੱਚ ਤੁਹਾਨੂੰ ਇਹਦੇ ਵਿੱਚ ਕੁਝ ਨਹੀਂ ਮਿਲਣਾ ਹੈਗਾ, ਤੁਸੀਂ ਭੁੱਖੇ ਮਰੋਗੇ ਵੀ ਤੁਸੀਂ ਇਹ ਕੰਮ ਨਾ ਕਰੋ। ਅੱਛਾ ਹਾਂਜੀ। ਫਿਰ ਕੀ ਦਿਮਾਗ ਦੇ ਵਿੱਚ ਚੱਲੀ ਗੱਲ? ਇਹ ਅਸੀਂ ਨਹੀਂ ਜੀ ਛੱਡਿਆ ਹੈਗਾ, ਅਸੀਂ ਆਪਦੀ ਚਾਲ ਤੇ ਹੀ ਆਪਦਾ ਕੰਮ ਕਰੀ ਗਏ। ਵੀ ਜਿਵੇਂ ਹੁਣ ਰੋਜ਼ਾਨਾ ਦਾ ਆਪਣਾ ਡੇਲੀ ਦਾ ਫਸਲ ਹੈਗੀ 6 ਮਹੀਨਿਆਂ ਤੇ ਆਉਂਦਾ ਝੋਨਾ ਨਰਮਾ ਹੈ ਚਾਹੇ ਕਣਕ ਹੈ ਵੀ ਇਹ 6 ਮਹੀਨਿਆਂ ਦੀ ਫਸਲ ਆਏਗੀ ਤੇ ਹੁਣ ਸਬਜ਼ੀ ਦਾ ਆਪਣਾ ਡੇਲੀ ਦਾ ਰੋਜ਼ਾਨਾ ਦੀ ਸੇਲ ਆਏਗੀ। ਇਹਦੇ ਵਿੱਚ ਬਹੁਤ ਫਰਕ ਹੈਗਾ ਦੂਜੀਆਂ ਫਸਲਾਂ ਨਾਲੋਂ ਸਬਜ਼ੀਆਂ ਦੇ ਵਿੱਚ। ਹਾਂਜੀ। ਅੱਛਾ ਅੰਕਲ ਮੈਨੂੰ ਐਂ ਦੱਸੋ ਵੀ ਤੁਹਾਡੀ ਆਪਾਂ ਸਾਫ਼-ਸਾਫ਼ ਲਫ਼ਜ਼ਾਂ ਦੇ ਵਿੱਚ ਤੁਹਾਡੀ ਮਹੀਨੇ ਦੀ ਆਮਦਨ ਕਿੰਨੀ ਹੈ? ਮੈਡਮ ਨਾ ਤਾਂ ਆਮਦਨ ਮੈਂ ਜੋੜੀ ਹੈ ਤੇ ਨਾ ਹੀ ਜੁੜੇ ਮੇਰੀ ਆਮਦਨ, ਕਿਉਂ ਜੋੜ ਵੀ ਨਹੀਂ ਸਕਦਾ। ਤੁਸੀਂ ਨਹੀਂ ਇਕੱਲੇ ਪੁੱਛ ਰਹੇ, ਮੈਨੂੰ ਬਹੁਤ ਪੁੱਛ ਰਹੇ ਆ, ਮਹਿਕਮੇ ਵਾਲੇ ਵੀ ਪੁੱਛ ਰਹੇ ਆ ਵੀ ਸਾਨੂੰ ਤੂੰ ਅੰਕੜਾ ਕੱਢ ਕੇ ਦੱਸ। ਇਹ ਅੰਕੜਾ ਨਹੀਂ ਨਿਕਲਦਾ ਕਿਉਂਕਿ ਕਿਤੇ ਤਾਂ ਮਤਲਬ ਵੀ 3 ਕੁਆਂਟਲ ਹੋ ਜਾਂਦੀ ਹੈ, ਅੱਛਾ ਜੀ, ਕਿਤੇ 4 ਕੁਆਂਟਲ ਹੋ ਜਾਂਦੀ ਹੈ। ਚਲੋ ਉਹ ਮੈਂ ਪੁੱਛਦੀ ਹਾਂ ਤੁਹਾਨੂੰ ਵੀ ਜਦੋਂ ਇੱਕ ਵਾਰੀ ਸਬਜ਼ੀ ਤੁਸੀਂ ਐਤਵਾਰ ਨੂੰ ਜਾਂਦੇ ਹੋ ਵੇਚਣ ਬਠਿੰਡੇ ਤਾਂ ਉਦੋਂ ਫਿਰ ਜਿਹੜੀ ਤੁਸੀਂ ਸਬਜ਼ੀ ਲੈ ਕੇ ਜਾਂਦੇ ਹੋ ਵੀ ਉਹ ਤੁਸੀਂ ਕਿੰਨੇ ਪੈਸੇ ਫਿਰ ਜੇਬ 'ਚ ਪਾ ਕੇ ਲੈ ਕੇ ਆਉਂਦੇ ਹੋ? ਮੇਰੇ ਕੋਲ ਉਦੋਂ 12,500 ਰੁਪਇਆ ਐਤਵਾਰ ਦਾ ਹੁੰਦਾ ਜੀ, 10 ਤੋਂ 9,000 ਰੁਪਇਆ ਬੁੱਧਵਾਰ ਨੂੰ ਹੁੰਦਾ ਜੀ। ਹਾਂਜੀ। ਤੇ ਬਾਕੀ ਆ 5 ਜਣੇ ਲੇਬਰ ਵਾਲੇ ਵੀ ਬੈਠੇ ਆ ਜੀ, ਇਹਨਾਂ ਨੂੰ ਵੀ ਮੈਂ ਪਾਲ ਦਾਂਗਾ। ਇਹ ਨਾ ਤੁਸੀਂ ਮੇਰੀ ਕਮਾਈ ਗਿਣੋ ਵੀ ਕਮਾਈ ਜ਼ਿਆਦਾ ਹੈਗੀ, ਕਮਾਈ ਨਹੀਂ ਮੇਰੇ ਕੋਲ ਹੈਗੀ ਕਿਉਂਕਿ ਲੇਬਰ ਵੀ ਉਹਨਾਂ ਦੀ ਵੀ ਕਰ ਦਿੱਤਾ ਹੋਇਆ ਹੈਗਾ। 5 ਜਣੇ ਹੈਗੇ, ਕਿਤੇ 6 ਵੀ ਹੋ ਜਾਂਦੇ ਆ। ਇਹ ਹੈ ਨਾ ਵੀ ਇੱਕ ਪਾਸੇ ਬਚਾ ਰੇਹਾਂ ਸਪਰੇਹਾਂ ਤੇ ਪੈਸਾ ਨਹੀਂ ਲੱਗ ਰਿਹਾ ਤੁਹਾਡਾ। ਹਾਂਜੀ ਬਿਲਕੁਲ ਇਹ ਹੈਗਾ ਜੀ, ਕਿਉਂਕਿ ਰੇਹਾਂ ਸਪਰੇਹਾਂ ਤੇ ਮੇਰਾ ਕੋਈ ਖਰਚਾ ਨਹੀਂਗਾ। ਕਿਹੜਾ ਕੋਈ ਸਸਤੀ ਆਉਂਦੀ ਉਹ ਵੀ ਤਾਂ ਇੰਨੀ ਮਹਿੰਗੀਆਂ ਆਉਂਦੀਆਂ ਨੇ। ਨਹੀਂ ਜੀ, ਜਿਹੜੀਆਂ ਮੈਂ ਕਰਦਾਗਾ ਉਹ ਬਹੁਤ ਮਹਿੰਗੀਆਂ ਸਪਰੇਹਾਂ ਆਉਂਦੀਆਂ। ਜਿਹੜੀ ਟੀ ਸਟੈਂਡ ਕੰਪਨੀ ਦੀਆਂ ਦਵਾਈਆਂ ਹੈ, ਨਿੰਮ ਦਾ ਤੇਲ ਹੈ ਤੇ ਦੂਜੀ ਸੁੰਡੀ ਵਾਲੀ ਦਵਾਈ ਹੈ, ਉਹ ਆਰਗੈਨਿਕ ਆਈਆਂ, ਉਹ ਬਹੁਤ ਮਹਿੰਗੀਆਂ ਆਉਂਦੀਆਂ। 900 ਰੁਪਏ ਦਾ ਲੀਟਰ ਹੈ, 1000 ਰੁਪਏ ਦਾ ਲੀਟਰ ਹੈ, 1100 ਰੁਪਏ ਦਾ ਲੀਟਰ ਹੈਗਾ ਉਹ ਜੀ। ਹਾਂ ਦਵਾਈਆਂ ਉਹ ਵੀ ਮਹਿੰਗੀਆਂ ਆਈਆਂ ਜਿਹੜੀਆਂ ਆਰਗੈਨਿਕ ਆਈਆਂ। ਹਾਂਜੀ। ਤੇ ਤੁਸੀਂ ਕਿਹੜੇ ਦਿਨ ਜਾਂਦੇ ਹੋ? ਤੁਸੀਂ ਦੱਸਿਆ ਐਤਵਾਰ ਤੇ ਬੁੱਧਵਾਰ। ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਜਾਂਦੇ ਹੋ ਵੀ ਤੁਹਾਨੂੰ ਕੋਈ ਬਠਿੰਡਾ ਜਾਂ ਉਹਨਾਂ ਦੇ ਆਸ-ਪਾਸ ਦਾ ਕੋਈ ਸਾਨੂੰ ਦਰਸ਼ਕ ਦੇਖ ਰਹੇ ਹੋਣ ਤਾਂ ਕਿ ਉਹ ਤੁਹਾਡੇ ਤੋਂ ਸਬਜ਼ੀ ਇੱਕ ਵਾਰੀ ਲੈ ਕੇ ਜਾਣ? ਮੈਂ ਐਤਵਾਰ ਤੇ ਬੁੱਧਵਾਰ ਮੈਡਮ ਮੇਰਾ ਟਾਈਮ ਹੈਗਾ 9 ਵਜੇ ਦਾ। ਜੇ ਕੋਈ ਫਾਟਕ ਲੱਗ ਗਿਆ, ਬੱਤੀ ਹੋ ਗਈ, ਉਹ ਤਾਂ ਵੱਖਰੀ ਗੱਲ ਆ, ਲੇਟ ਹੋ ਜਾਣਾ। ਪਰ ਮੇਰਾ ਜਿਹੜਾ ਟਾਰਗੇਟ ਹੈਗਾ ਉਹ 9 ਵਜੇ ਪਹੁੰਚਣ ਦਾ, ਉੱਥੇ ਮੇਰਾ ਸਹੀ ਟਾਈਮ ਹੈਗਾ ਜੀ। ਐਤਵਾਰ ਤੇ ਬੁੱਧਵਾਰ ਫੇਜ਼ 3 ਥਾਣੇ ਦੇ ਸਾਹਮਣੇ। ਅੱਛਾ ਜੀ, ਤਾਂ ਪਰਿਵਾਰ ਦੇ ਵਿੱਚ ਤੁਹਾਡੇ ਤੁਸੀਂ ਹੋ ਗਏ ਹਸਬੈਂਡ ਵਾਈਫ, ਤੁਹਾਡੇ ਮਾਤਾ ਜੀ, ਤੁਹਾਡੇ ਬੱਚੇ ਕਿਵੇਂ ਸਪੋਰਟ ਕਰਦੇ ਇਸ ਕੰਮ ਨੂੰ? ਮੇਰਾ ਇੱਕੋ ਹੀ ਬੇਟਾ ਹੈ ਜੀ, ਉਹ ਤਾਂ ਬਾਹਰ ਜਾਣ ਨੂੰ ਤਿਆਰ ਹੈਗਾ, ਉਹ ਤਾਂ ਆਈਲੈਟਸ ਕਰੀ ਜਾਂਦਾ ਹੈਗਾ। ਉਹ ਕਹਿੰਦਾ ਮੈਂ ਤਾਂ ਬਾਹਰ ਜਾਣਾ ਹੈਗਾ। ਮੈਨੂੰ ਬਹੁਤ ਕਹਿੰਦੇ ਆ, ਕਹਿੰਦੇ ਤੂੰ ਆਪਦੀ ਲੈਣ ਛੱਡ ਕੇ ਕਿਉਂ ਉਹ ਕਰਦਾ। ਮੈਂ ਕਿਹਾ ਵੀ ਜੀ ਨਹੀਂ ਮੰਨਦੇ ਬੱਚੇ, ਹੁਣ ਕੀ ਕਰਗੇ। ਉਹ ਕਹਿੰਦਾ ਵੀ ਮੈਂ ਤਾਂ ਕਿਹੜਾ ਬਾਹਰ ਜਾਣਾ ਹੀ ਜਾਣਾ ਹੈਗਾ। ਮੈਂ ਵੀ ਚੱਲ ਠੀਕ ਆ, ਪਰ ਭਾਈ ਜਾ ਤੂੰ। ਹਾਂਜੀ ਬਿਲਕੁਲ ਸਾਰਾ ਪੰਜਾਬ ਹੀ ਜਿਹੜਾ ਹੈ ਆਲਮੋਸਟ ਬਾਹਰ ਹੀ ਤੁਰੇ ਜਾ ਰਿਹਾ ਹੈ। ਕਿੰਨੇ ਬੱਚੇ ਤਾਂ ਚਲੇ ਵੀ ਗਏ, ਤਾਂ ਤੁਹਾਡਾ ਵੀ ਬੇਟਾ ਜਿਹੜਾ ਚਾਹੁੰਦਾ ਵੀ ਬਾਹਰ ਹੀ ਜਾਵਾਂ। ਹਾਂਜੀ ਹਾਂਜੀ। ਇਹਦੇ ਵਿੱਚ ਕਾਰਨ ਮੈਡਮ ਇਹ ਆ ਨਾ ਵੀ ਅਸੀਂ ਜਿਵੇਂ ਹੁਣ ਅਸੀਂ ਦੋਨੇ ਹੁਣ ਜਿਵੇਂ ਕੰਮ ਕਰੀ ਜਾਂਦੇ, ਸਾਡੇ ਨਾਲ ਲੇਬਰ ਵਾਲੇ ਕੰਮ ਕਰੀ ਜਾਂਦੇ ਆ। ਆਉਣ ਵਾਲੇ ਸਮੇਂ 'ਚ ਬੱਚੇ ਇਹ ਕੰਮ ਨਹੀਂ ਕਰ ਸਕਦੇ। ਇਦੋਂ ਬਾਅਦ ਕੁੜੀਆਂ ਇੰਨਾ ਜਿਵੇਂ ਹੁਣ ਪਸ਼ੂਆਂ ਦੀ ਸਾਂਭ ਸੰਭਾਲ ਹੈ, ਖੇਤ ਦੇ ਵਿੱਚ ਕੰਮ ਕਰਨਾ ਹੈ ਵੀ ਉਹ ਆਪਾਂ ਨੂੰ ਇੰਨਾ ਪਤਾ ਹੈਗਾ ਵੀ ਉਹ ਨਹੀਂ ਖੇਤਾਂ ਦੇ ਵਿੱਚ ਧੁੱਪ ਦੇ ਵਿੱਚ ਕੰਮ ਕਰ ਸਕਦੇ ਹੈਗੇ। ਉਹਨਾਂ ਦੀ ਸੋਚ ਇਹੀ ਹੈਗੀ ਵੀ ਅਸੀਂ ਬਸ ਆਪਦਾ ਬਾਹਰ ਜਾਣ ਦੀ ਸੋਚ ਹੈ। ਹੁਣ ਪਹਿਲੀ ਗੱਲ ਤਾਂ ਤੁਸੀਂ ਦੇਖੀ ਜਾਂਦੇ ਵੀ ਹਰ ਇੱਕ ਬੱਚਾ ਆਈਲੈਟਸ ਕਰੀ ਜਾਂਦਾ। ਜੇ ਆਪਣੇ ਸਰਕਾਰਾਂ ਨੇ ਕੋਈ ਨੌਕਰੀਆਂ ਬੇਰੁਜ਼ਗਾਰ ਨੇ ਤਾਈਓ ਤਾਂ ਫਿਰ ਹੁਣ ਇਸ ਪਾਸੇ ਦੁਨੀਆ ਪਈ ਹੈ। ਆਪਾਂ ਸੁਣੀ ਜਾਂਦੇ ਆਂਗੇ ਨਿੱਤ ਦੀਆਂ ਖਬਰਾਂ। ਹਾਂਜੀ ਬੇਰੁਜ਼ਗਾਰੀ ਹੈਗੀ ਇੱਥੇ ਪੰਜਾਬ ਦੇ ਕਾਰਨ ਬੱਚੇ ਵੀ ਅਸੀਂ ਹੁਣ ਰਲ ਕੇ ਹੁਣ ਤੱਕ ਇੰਨਾ ਕੰਮ ਕਰ ਲਿਆ ਵੀ ਬੱਚੇ ਇਦੋਂ ਬਾਅਦ ਵਾਲੀਆਂ ਕੁੜੀਆਂ ਨਾਲੇ ਮੁੰਡੇ ਆ ਵੀ ਉਹ ਇੰਨਾ ਖੇਤਾਂ ਦੇ ਵਿੱਚ ਇੰਨੀ ਧੁੱਪ ਦੇ ਵਿੱਚ ਨਹੀਂ ਕੰਮ ਕਰ ਸਕਦੇ ਕਿਉਂਕਿ ਇਹਨਾਂ ਚੀਜ਼ਾਂ ਦੀ ਕੋਈ ਪਛਾਣ ਹੈ ਨਹੀਂ ਗੀ ਵੀ ਕੋਈ ਵੀ ਐ ਕਿਸੇ ਨੂੰ ਪਰਖ ਹੈ ਨਹੀਂ ਗੀ। ਹਾਂ ਮਿਹਨਤ ਬਹੁਤ ਜ਼ਿਆਦਾ ਹੈ ਵੀ ਅਸੀਂ ਜਿਵੇਂ ਪਸ਼ੂ ਸੰਭਾਲ ਲਏ ਤੇ ਖੇਤੀ ਦਾ ਕੰਮ ਕਰ ਲਿਆ। ਹੁਣ ਆਪਣੇ 5 ਬੰਦੇ ਆ ਲੇਬਰ ਵਾਲੇ, 5 ਜੀਆਂ ਨੂੰ ਅਸੀਂ ਦੇਖ ਲ 5 ਘਰ ਹੋਰ ਤੁਰਦੇ ਆ ਸਾਡੇ ਨਾਲ, ਉਹਨਾਂ ਨੂੰ ਰੁਜ਼ਗਾਰ ਦਿੱਤਾ ਗਾ ਵੀ ਉਹਨਾਂ ਦੇ ਵੀ ਸਾਰਾ ਦਿਨ ਰੋਟੀ ਦਾ ਸਾਰਾ ਉਹ ਕਰਨਾ ਵੀ ਅੱਜ ਕੱਲ੍ਹ ਹੁਣ ਬੱਚੇ ਨਹੀਂ ਇੰਨਾ ਕਰ ਸਕਦੇ ਹੈਗੇ। ਇਹਨਾਂ ਦੀ ਸੋਚ ਇਹ ਹੈ ਵੀ ਨੌਕਰੀਆਂ ਨਹੀਂ, ਕੋਈ ਪੜ੍ਹੇ ਲਿਖੇ ਵੀ ਬਹੁਤ ਹੁਣ ਪੜ੍ਹਾਈ ਕਰੀ ਜਾਂਦੇ, ਕੋਈ ਬਸ ਫਿਰ ਕੰਮ ਇਹੀ ਰਹਿ ਗਿਆ। ਹਾਂਜੀ ਤਾਂ ਤੁਸੀਂ ਆਪਣਾ ਮੋਬਾਈਲ ਨੰਬਰ ਵੀ ਗੁਰਦੀਪ ਸਿੰਘ ਜੀ ਇੱਕ ਵਾਰੀ ਜ਼ਰੂਰ ਦੱਸ ਦਿਓ, ਦਰਸ਼ਕਾਂ ਦੇ ਨਾਲ ਸ਼ੇਅਰ ਕਰ ਲਓ ਔਰ ਇੱਕ ਵਾਰੀ ਦੁਬਾਰਾ ਦੱਸ ਦਿਓ ਵੀ ਤੁਸੀਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਬਠਿੰਡਾ ਦੇ 3 ਫੇਜ਼ ਦੇ ਵਿੱਚ ਆਉਂਦੇ ਹੋ ਤੁਸੀਂ?
ਹਾਂਜੀ ਮੈਂ ਫੇਸ 3 ਦੇ ਵਿੱਚ ਜਾਣਾ ਜੀ। ਨੰਬਰ ਹੈਗਾ ਮੇਰਾ 9814287422। ਪਰ ਜਿਹੜੇ ਗਾਹਕ ਹੈ ਉਹ ਕਦੋਂ ਵੀ ਫੋਨ ਲਾ ਸਕਦੇ ਆ। ਜੇ ਕਿਸੇ ਕਿਸਾਨ ਭਰਾ ਨੇ ਫੋਨ ਲਾਉਣਾ ਹੈ ਉਹ ਮੈਨੂੰ ਮੰਗਲਵਾਰ 5 ਤੋਂ 6 ਵਜੇ ਤਾਈਂ ਫੋਨ ਲਾ ਸਕਦਾ ਹੈ, ਸੋਮਵਾਰ 5 ਤੋਂ 6 ਵਜੇ ਤਾਈਂ ਫੋਨ ਲਾ ਸਕਦਾ ਹੈਗਾ। ਕਿਸਾਨ ਭਰਾ ਮੈਨੂੰ ਤੰਗ ਨਾ ਕਰਨ, ਕਿਉਂਕਿ ਜਿਹੜਾ ਉਹਨਾਂ ਨੂੰ ਮੈਂ ਸਮਾਂ ਦਿੱਤਾ ਉਸ ਸਮੇਂ ਤੇ ਮੈਨੂੰ ਫੋਨ ਲਾ ਲੈਣ। ਭਾਈ ਜੀ ਤੁਸੀਂ ਆਰਗੈਨਿਕ ਸਬਜ਼ੀ ਲੈਂਦੇ ਹੋ ਇਹਨਾਂ ਤੋਂ? ਹਾਂਜੀ ਹਾਂਜੀ, ਯੂਜ਼ ਕਰਦੇ ਹੋ ਮੈਨੂੰ ਸਾਲ ਹੋ ਗਿਆ ਜੀ ਤਕਰੀਬਨ। ਤੇ ਕੀ ਫਰਕ ਲੱਗਦਾ ਤੁਹਾਨੂੰ ਨਾਰਮਲ? ਬਹੁਤ ਨਾਰਮਲ ਫਰਕ ਹੈ, ਹਰ ਇੱਕ ਸਬਜ਼ੀ ਵਿੱਚ ਫਰਕ ਹੈ। ਕਿਹਦੀ ਕਿ ਪਹਿਲਾਂ ਮੈਨੂੰ ਕੱਦੂ ਦੀ ਗੱਲ ਕਰ ਲਓ ਜੀ। ਕੱਦੂ ਜਾਂ ਬਾਜ਼ਾਰ ਵਾਲਾ ਕੱਦੂ ਲੈ ਕੇ ਆਉਂਦੇ ਆਪਾਂ ਨਾ ਜੀ, ਉਹਨੂੰ ਇੱਕ ਦਿਨ ਤੁਸੀਂ ਕੱਟ ਕੇ ਰੱਖ ਲਓ। ਮੰਨ ਲਓ ਆਪਾਂ ਸਵੇਰੇ ਸਬਜ਼ੀ ਬਣਾਉਣੀ ਪਹਿਲਾਂ ਬਲੈਕ ਕਾਲਾ ਹੋ ਜਾਂਦਾ ਉਹ। ਇਹਦੇ ਕੱਦੂ ਬਾਅਦ 2-3 ਦਿਨ ਫਰਿੱਜ 'ਚ ਰੱਖੀ ਰੱਖੋ ਜੀ, ਕੋਈ ਫਰਕ ਨਹੀਂ ਪੈਂਦਾ। ਐਵੇਂ ਗੋਭੀ ਇਹਨਾਂ ਦੀ ਜੀ, ਗੋਭੀ ਦੇ ਪ੍ਰੈਕਟੀਕਲ ਕਰਕੇ ਦੇਖਿਆ, ਅਸੀਂ ਆਪ ਖੁਦ ਪ੍ਰੈਕਟੀਕਲ ਕੀਤਾ। ਅਸੀਂ ਅੱਜ ਗੋਭੀ ਬਾਜ਼ਾਰ ਵਾਲੀ ਗੋਭੀ ਲਿਆਏ ਜੀ, ਉਹ ਕੱਦੂ ਕਰਕੇ ਵਿੱਚ ਰੱਖੀ ਪਰੌਂਠੇ ਨੂੰ ਸਵੇਰੇ, ਉਹ ਹਲਕੀ ਹਲਕੀ ਸਮੈਲ ਆਉਣ ਲੱਗੀ, ਥੋੜੀ ਬਲੈਕ ਹੋ ਗਈ। ਇਹਦੀ ਗੋਭੀ ਕੱਦੂ ਕਰਕੇ ਅਸੀਂ ਕਮ ਸੇ ਕਮ 4-5 ਦਿਨ ਰੱਖੀ ਰਹੀ ਹੈ ਜੀ। 4-5 ਦਿਨ ਉਹ ਪਰੌਂਠੇ ਬਣਾਇਆ ਉਹਦੇ, ਸਭ ਬਿਲਕੁਲ ਉਵੇਂ ਬਣੇ ਆ ਜੀ। ਵੀ ਸਬਜ਼ੀ ਹਰ ਇੱਕ ਹੀ ਇਹਨਾਂ ਦੀ ਬਾਜ਼ਾਰ ਨਾਲੋਂ ਤਾਂ ਬਹੁਤ ਡਿਫਰੈਂਟ ਹੈ ਜੀ। ਤੇ ਬਠਿੰਡੇ ਜ਼ਿਲ੍ਹੇ ਵਿੱਚ ਇਕੱਲੇ ਇਹੀ ਕਿਸਾਨ ਨੇ ਜੋ ਆਰਗੈਨਿਕ ਦਾ ਕੰਮ ਕਰਦੇ ਨੇ, ਕੀ ਸੋਚਦੇ ਹੋ ਇਹਦੇ ਬਾਰੇ? ਮੈਂ ਤਾਂ ਇਹ ਕਹਿੰਦਾ ਜੀ ਇਹਨਾਂ ਵਰਗੇ ਹੋਰ ਹੋ ਜਾਂਦਾ ਬਹੁਤ ਬੈਟਰ ਹੈ। ਜਿਵੇਂ ਅੱਜ ਅਸੀਂ ਬਿਮਾਰੀਆਂ ਸ਼ਿਕਾਰ ਹੋ ਰਹੇ ਹਾਂ ਖਾ ਕੇ ਸਬਜ਼ੀਆਂ ਸਪੈਸ਼ਲ, ਜਿਨ੍ਹਾਂ ਵਰਗੇ ਵੀਰ ਹੋ ਰਹੇ ਜਾਂ ਸਾਡੇ ਵਰਗੇ ਵੀਰ ਹੋਰ ਉੱਦਮ ਕਰ ਲੈਣ ਤਾਂ ਮੈਂ ਕਹਿੰਦਾ ਅਸੀਂ ਬਿਮਾਰੀ ਤੋਂ ਬਚ ਜਾਵਾਂਗੇ, ਤਾਂ ਚੰਗਾ ਲੰਬਾ ਜੀਵਨ ਜੀ ਲਾਂਗੇ। ਨਹੀਂ ਤਾਂ ਬਸ ਦਿਖ ਹੀ ਜਾਂਦਾ ਹਾਲ, ਜੋ ਕਿ ਤੁਸੀਂ ਦੇਖ ਹੀ ਰਹੇ ਹੋ ਬਠਿੰਡੇ ਕਿੰਨੇ ਹਸਪਤਾਲ ਬਣ ਚੁੱਕੇ ਆ। ਸਬਜ਼ੀਆਂ ਵਾਲੇ ਨਹੀਂ ਹਸਪਤਾਲ ਵਧੀਆ ਆ ਰਹੇ ਸਾਡੇ ਕੋਲੇ, ਉਹ ਕਾਰਨ ਉਹਦਾ ਉਹੀ ਪੈਸਟੀਸਾਈਡ ਸਬਜ਼ੀ ਖਾ ਕੇ ਅਸੀਂ ਬਿਮਾਰ ਹੋਈ ਜਾ ਰਹੇ ਹਾਂ ਜੀ। वो ये है कि ये पेस्टिसाइड्स फ्री हैं, तो हम लोग को सेटिस्फेक्शन होती है कि हम लोग जो बच्चों को फीड कर रहे हैं वो ठीक चीज़ खिला रहे हैं, कुछ गलत नहीं खिला रहे हैं। हर चीज़ पे आजकल पेस्टिसाइड्स ही पेस्टिसाइड्स हैं। लोग ये नहीं देखते, फार्मर्स ये नहीं देखते कि कितना हार्म हो रहा है उससे। बट मेन पॉइंट है जो हमारी हेल्थ है, उससे हमें ये लगता है कि हम ये सब्ज़ी यूज़ कर रहे हैं तो एटलीस्ट हम बच्चों को सही चीज़ खिला रहे हैं। दैट इज़ सेटिस्फाइड ही फील करती हूँ, अच्छा है। तो मैम इनका कहना है कि सरकार इनका साथ नहीं देती है, मतलब जो भी होता है, तो उसके लिए आप कुछ कहना चाहोगे, मैसेज देना चाहोगे सरकार? मैं हमेशा ही मन में ये चीज़ सोचती हूँ कि जो पंजाब गवर्नमेंट है उसको सपोर्ट करना चाहिए ऑर्गेनिक फार्मिंग को, बिकॉज बहुत इंपॉर्टेंट है। अगर हम लोग की हेल्थ सही ठीक नहीं है, आगे जनरेशन्स जो आ रही हैं उनके ऊपर बहुत इम्पैक्ट पड़ रहा है। हमसे उनके अंदर वो चीज़ जा रही है, मदर से बच्चों में वो चीज़ जा रही है जो अच्छी नहीं है, बहुत हार्मफुल है। सो बेटर है कि ऑर्गेनिक फार्मिंग को जितना हम सपोर्ट कर सकते हैं उतना सपोर्ट करें। एंड रेट्स आर इक्विवेलेंट टू जो नॉर्मल फार्म, जो पेस्टिसाइड्स के डाल के जो फार्मिंग होते हैं जिससे ग्रोथ रेट ज़्यादा होता है, बट उससे क्या होता है कि हमारी हेल्थ पे इतना बैड इफेक्ट पड़ता है। जो हमें अंदर से ख़त्म कर रही है चीज़, हम उसको सपोर्ट क्यों करते हैं, हम क्यों लेते हैं उस सब्जी को? हमें ऑर्गेनिक फार्मिंग ही करनी चाहिए एंड इन सपोर्ट ऑफ दैट ओनली। यूज़ कर रहे हो ਤੁਸੀਂ ਸਬਜ਼ੀ organic? ਸਾਨੂੰ ਹੋ ਗਿਆ ਆਲਮੋਸਟ 1.5 ਈਅਰ ਇੱਥੇ ਆਉਣ ਨੂੰ। ਕੀ ਫਰਕ ਲੱਗਦਾ ਤੁਹਾਨੂੰ ਨਾਰਮਲ ਸਬਜ਼ੀ ਨਾਲ? ਦੇਖੋ ਇੱਕ ਤਾਂ ਸਾਈਕੋਲੋਜੀਕਲ ਬਹੁਤ ਬੜਾ ਇਫੈਕਟ ਹੈ ਕਿ ਇਹ ਆਰਗੈਨਿਕ ਹੈ ਨਾ। ਜਿਵੇਂ ਇਟਸ ਦ ਨੀਡ ਆਫ ਐਨ ਆਰ, ਜਿਵੇਂ ਇੰਨੀਆਂ ਬਿਮਾਰੀਆਂ ਵੱਧ ਰਹੀਆਂ ਤੇ ਥੋਕ ਵਿੱਚ ਫਾਰਮਰਸ ਪਾਉਂਦੇ ਆ ਪੈਸਟੀਸਾਈਡਸ, ਦਵਾਈਆਂ ਤੇ ਸਭ ਕੁਝ, ਤੇ ਉਹ ਕਿੰਨਾ ਹਾਰਮ ਕਰਦੇ ਆ ਬੋਡੀ ਨੂੰ। ਤੇ ਇੱਥੇ ਸਾਨੂੰ ਇੱਕ ਆਰਗੈਨਿਕ ਸਬਜ਼ੀ ਘਰ ਅਸੀਂ ਇੰਨੀ ਲਾ ਨਹੀਂ ਸਕਦੇ, ਨਾ ਸਾਡੇ ਕੋਲ ਇੰਨੀ ਜਗ੍ਹਾ ਹੁੰਦੀ ਹੈ ਮੋਸਟ ਆਫ ਦਾ ਟਾਈਮ। ਤੇ ਜਦੋਂ ਜੇ ਜਗ੍ਹਾ ਹੈ ਵੀ ਤੇ ਸਾਨੂੰ ਟੈਕਨੀਕਸ ਨਹੀਂ ਪਤਾ ਹੁੰਦੀਆਂ ਆਰਗੈਨਿਕ ਸਬਜ਼ੀ ਲਗਾਉਣ ਦੀ। ਐਵਰੀਬਡੀ ਵਾਂਟਸ ਕਿ ਅੱਛਾ ਖਾਣ ਨੂੰ ਮਿਲੇ, ਇਸੇ ਲਈ ਕਮਾ ਰਹੇ, ਇਸੇ ਲਈ, ਬਿਕੋਜ਼ ਖਾਣਾ ਨਹੀਂ ਢੰਗ ਦਾ ਫਿਰ ਜੀਣਾ ਕਿਵੇਂ ਢੰਗ ਦਾ ਹੋ ਸਕਦਾ ਹੈ। ਮੈਮ ਇਹ ਸਿਰਫ ਇਕੱਲੇ ਕਿਸਾਨ ਨੇ ਪੰਜਾਬ ਡਿਸਟ੍ਰਿਕਟ ਦੇ ਵਿੱਚ ਜੋ ਆਰਗੈਨਿਕ ਖੇਤੀ ਕਰਕੇ? ਹਾਂਜੀ ਹਾਂਜੀ ਹਾਂਜੀ, ਅਸੀਂ ਇਹਨਾਂ ਦੇ ਫਾਰਮ ਤੇ ਵੀ ਗਏ ਸੀਗੇ, ਇਹਨਾਂ ਨੂੰ ਅਵਾਰਡ ਵੀ ਮਿਲਿਆ ਹੋਇਆ ਹੈ ਆਰਗੈਨਿਕ ਫਾਰਮਿੰਗ ਲਈ। ਤੇ ਅਸੀਂ ਸਾਰਾ ਇਹਨਾਂ ਦਾ ਕਹਿਣਾ ਵੀ ਸਰਕਾਰਾਂ ਇਹਨਾਂ ਸਾਥ ਨਹੀਂ ਦੇ ਰਹੀਆਂ ਇਹਨਾਂ ਦਾ, ਤੇ ਉਹਦੇ ਬਾਰੇ ਸਰ ਕਹਿਣਾ ਚਾਹੀਦਾ? ਦੇਣਾ ਚਾਹੀਦਾ ਹੈ। ਇਸ ਆਰਗੈਨਿਕ ਫਾਰਮਿੰਗ ਨੂੰ ਜੇ ਗਵਰਨਮੈਂਟ ਪ੍ਰਮੋਟ ਕਰੂਗੀ ਤਾਂ ਉਹ ਜ਼ਿਆਦਾ ਤੋਂ ਜ਼ਿਆਦਾ ਹੋਰ ਫਾਰਮਰਸ ਵੀ ਇਸ ਲਾਈਨ 'ਚ ਆਉਣਗੇ। ਤੇ ਕਿਉਂਕਿ ਸਾਡੀ ਨੈਕਸਟ ਜਨਰੇਸ਼ਨ ਜਿਹੜੀ ਆ ਰਹੀ ਆ, ਜਿਹੜੀ ਕਮਿੰਗ ਜਨਰੇਸ਼ਨ ਆ, ਉਹ ਬਚਪਨ ਤੋਂ ਹੀ ਬਿਮਾਰ ਆ ਰਹੀ ਹੈ, ਯੂ ਨੋ। ਤੇ ਇਟਸ ਆਲ ਬਿਕੋਜ਼ ਆਫ ਵਾਟ ਵੀ ਆਰ ਈਟਿੰਗ, ਇਟਸ ਆਲ ਬਿਕੋਜ਼ ਆਫ ਵਾਟ ਵੀ ਆਰ ਡਰਿੰਕਿੰਗ। ਪਾਣੀ 'ਚ ਜ਼ਹਿਰ, ਹਵਾ 'ਚ ਜ਼ਹਿਰ, ਖਾਣੇ 'ਚ ਜ਼ਹਿਰ। ਤੇ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ? ਪ੍ਰੋਗਰੈਸਿਵ ਡਜ਼ਨਟ ਮੀਨ ਕਿ ਤੁਸੀਂ ਫੈਕਟਰੀਜ਼ ਲਗਾ ਲਓ, ਤੇ ਡਿਵੈਲਪਮੈਂਟ ਡਜ਼ਨਟ ਮੀਨ ਕਿ ਰੋਡਸ ਬਣਾ ਲਓ। ਡਿਵੈਲਪਮੈਂਟ ਮੀਨਸ ਕਿ ਤੁਹਾਡੀ ਨੈਕਸਟ ਜਨਰੇਸ਼ਨ ਹੈਲਦੀ ਆਵੇ, ਯੂ ਨੋ। ਨੋਟ ਈਵਨ ਮਤਲਬ ਨੋਟ ਜਸਟ ਕਿ ਹੈਲਦੀ ਮਾਈਂਡ ਬਟ ਹੈਲਦੀ ਬੋਡੀ, ਬਿਕੋਜ਼ ਹੈਲਦੀ ਮਾਈਂਡ ਲਿਵਸ ਇਨ ਸਾਊਂਡ ਬੋਡੀ। ਸੋ ਇਟਸ ਅ ਨੀਡ ਆਫ ਦ ਆਰ, ਬਹੁਤ ਜ਼ਰੂਰੀ ਹੈ ਇਹ ਬਹੁਤ ਅੱਛਾ ਪੁੰਨ ਦਾ ਕੰਮ ਕਰ ਰਹੇ ਆ, ਬਹੁਤ ਅੱਛਾ ਕੰਮ ਕਰ ਰਹੇ। ਐਂਡ ਵੀ ਆਰ ਵੈਰੀ ਗ੍ਰੇਟਫੁਲ ਟੂ ਹਿਮ ਕਿ ਉਹ ਮਤਲਬ ਇੰਨੇ ਲੋਕਾਂ ਦੀ ਇਟਸ ਕਾਈਂਡ ਆਫ ਸੇਵਾ ਕਰ ਰਹੇ ਆ ਉਹ।
ਕੱਦੂ ਸੀ, ਤੋਰੀ ਸੀ ਜੀ, ਚੌਲੇ ਸੀ ਤੇ ਭਿੰਡੀ ਸੀ, ਕਰੇਲੇ ਸੀ, ਥੋੜੇ ਜਿਹੇ ਪਾਲਕ ਸੀ, ਸਾਗ ਸੀ ਬਣਿਆ ਹੋਇਆ, ਲੱਸੀ ਸੀ, ਮੂੰਗੀ ਦਾ ਤੇਲ, ਸਰੋਂ ਦਾ ਤੇਲ, ਮੂੰਗੀ, ਬੇਸਣ, ਸਾਰਾ ਕੁਛ ਸੀਗਾ ਜੀ। ਛੇਤੀ ਵੇਲੇ ਹੋ ਗਏ ਅੰਕਲ ਅੱਜ? ਅੱਜ ਤਾਂ ਸੰਡੇ ਨੂੰ ਛੁੱਟੀ ਹੁੰਦੀ ਹੈ ਜੀ, ਇਸ ਕਰਕੇ ਗਾਹਕ ਜਲਦੀ ਆ ਜਾਂਦਾ ਤੇ ਛੇਤੀ ਵਿਹਲੇ ਹੋ ਜਾਂਦੇ ਆ ਜੀ। ਤੇ ਪੂਰੀ ਪੈ ਗਈ ਸਬਜ਼ੀ ਸਾਰਿਆਂ ਨੂੰ? ਹਾਂ ਬਸ ਆ ਹੀ ਗਈ ਲਗਭਗ ਜੀ, ਸਾਰੇ ਗਾਹਕਾਂ ਨੂੰ ਸਬਜ਼ੀ ਮਿਲ ਗਈ ਹੈਗੀ। ਸੋ ਸਾਡੇ ਨਾਲ ਇਹ ਗੁਰਦੀਪ ਸਿੰਘ ਜੀ ਅਤੇ ਉਹਨਾਂ ਦੀ ਧਰਮ ਪਤਨੀ ਸੁਖਵਿੰਦਰ ਕੌਰ ਜੀ ਸਨ, ਜੋ ਕਿ ਆਰਗੈਨਿਕ ਢੰਗ ਦੇ ਨਾਲ, ਕੁਦਰਤੀ ਢੰਗ ਦੇ ਨਾਲ ਜਿਹੜਾ ਹੈ ਸਬਜ਼ੀ ਉਗਾਉਂਦੇ ਨੇ ਔਰ ਉਹ ਬਠਿੰਡਾ ਵਿਖੇ ਜਾ ਕੇ ਵੇਚਦੇ ਨੇ। ਬਹੁਤ ਲੋਕ ਨੇ ਇਹਨਾਂ ਦੇ ਕੋਲੇ ਜਿਹੜੀ ਸਬਜ਼ੀ ਖਰੀਦਦੇ ਨੇ। ਇਹ ਗੱਲ ਸੁਣਨ ਨੂੰ ਬੜੀ ਮੈਂ ਕਹੂੰਗੀ ਕਿ ਲਗਜ਼ੂਰੀਅਸ ਲੱਗਦੀ ਹੈ ਵੀ ਪਤਾ ਨਹੀਂ ਆਰਗੈਨਿਕ ਸਬਜ਼ੀ ਕੀ ਹੈ, ਕੁਦਰਤੀ ਸਬਜ਼ੀ। ਪਰ ਆਰਗੈਨਿਕ ਜੋ ਸਾਡੇ ਸਰੀਰ ਦੀ ਜ਼ਰੂਰਤ ਹੈ, ਆਰਗੈਨਿਕ ਉਹ ਹੈ। ਆਰਗੈਨਿਕ ਉਹ ਹੈ ਜਿਸ ਨੂੰ ਕਿ ਹਰੇਕ ਇਨਸਾਨ ਦਾ ਹੱਕ ਹੈ ਖਾਣ ਦਾ। ਰੇਹਾਂ ਸਪਰੇਹਾਂ ਤੋਂ ਜਿਹੜੀ ਜ਼ਹਿਰ ਰਹਿਤ ਸਬਜ਼ੀ ਹੈ ਜਾਂ ਜੋ ਵੀ ਅਸੀਂ ਖਾ ਪੀ ਰਹੇ ਹਾਂ। ਅੱਜ ਦੁੱਧ ਵੀ ਜਿਹੜਾ ਹੈਗਾ ਉਹ ਵੀ, ਉਹਦੇ ਵਿੱਚ ਵੀ ਮਿਲਾਵਟ ਹੈ। ਦੁੱਧ, ਦਹੀਂ, ਮੱਖਣ, ਪਨੀਰ ਸਾਰਿਆਂ 'ਚ ਮਿਲਾਵਟ ਹੈ। ਅੱਛਾ, ਤੁਸੀਂ ਮੱਖਣ, ਘਿਓ ਵਗੈਰਾ ਤੇ ਲੱਸੀ ਵੀ ਲੈ ਕੇ ਜਾਂਦੇ ਹੋ? ਨਹੀਂ ਮੈਡਮ, ਮੈਂ ਦੁੱਧ ਵੀ ਲੈ ਕੇ ਜਾਨਾਗਾ ਜਿੰਨਾ ਕਿ ਮੇਰੇ ਕੋਲੇ ਹੁੰਦਾਗਾ। ਮੇਰੇ ਕੋਲੇ 3-4 ਗਾਹਕ ਆ ਗਏ, ਠੀਕ ਹੈ ਜੀ। ਕਿਉਂਕਿ ਜਦੋਂ ਆ ਪਿਛਲੇ ਦਿਨਾਂ 'ਚ ਬਿਮਾਰੀ ਪੈ ਗਈ ਸੀ ਗਾਈਆਂ ਨੂੰ, ਹਾਂਜੀ, ਉਦੋਂ ਬਹੁਤ ਉਹਨਾਂ ਨੂੰ ਮਤਲਬ ਹੀ ਹੋਇਆ ਵੀ ਅਸੀਂ ਬਿਮਾਰੀ ਵਾਲਾ ਦੁੱਧ ਪੀਂਦੇ ਆ। ਠੀਕ ਹੈ ਜੀ। ਮੈਨੂੰ ਉਹਨਾਂ ਨੇ ਪੁੱਛਿਆ ਵੀ ਕਹਿੰਦੇ ਤੁਹਾਡੀਆਂ ਗਾਈਆਂ ਕਿਵੇਂ ਆ। ਹਾਲਾਂਕਿ ਉਹਨਾਂ ਨੇ ਨਹੀਂ ਪੁੱਛਿਆਗਾ, ਹੋਰ ਕਿਸੇ ਨੇ ਪੁੱਛਿਆ, ਕਹਿੰਦਾ ਗੁਰਦੀਪ ਸਿੰਘ ਤੇਰੀਆਂ ਗਾਈਆਂ ਕਿਵੇਂ ਆ। ਮੇਰੀ ਗਾਂ ਨੂੰ ਬਿਮਾਰੀ ਜ਼ਰੂਰ ਪੈ ਗਈ ਸੀ, ਪਰ ਅਸੀਂ ਮੌਕੇ ਤੇ ਕੰਟਰੋਲ ਕਰ ਲਿਆ ਜੀ। 1-2 ਫਿੰਸੀਆਂ ਹੀ ਸੀਗੀਆਂ, ਠੀਕ ਹੈ। ਅਸੀਂ ਕੰਟਰੋਲ ਕਰ ਲਿਆ ਸੀਗਾ। ਉਸ ਤੋਂ ਬਾਅਦ ਮੇਰੇ ਗਾਹਕਾਂ ਦਾ ਫੋਨ ਆਉਣ ਲੱਗ ਗਿਆ। ਮੇਰੇ ਕੋਲੇ 3-4 ਗਾਹਕ ਹੀ ਆ ਦੁੱਧ ਵਾਲੇ। ਉਹਨਾਂ ਨੇ ਮੈਨੂੰ ਪੁੱਛਿਆ, ਕਹਿੰਦੇ ਗਾਈਆਂ ਨੂੰ ਬਿਮਾਰੀ। ਮੈਂ ਕਿਹਾ ਜੀ ਕੋਈ ਪ੍ਰੋਬਲਮ ਨਹੀਂ ਆਪਾਂ ਨੂੰ, ਤੁਸੀਂ ਬੇਫਿਕਰ ਹੋ ਕੇ ਦੁੱਧ ਪੀਓ ਆਪਣਾ। ਤੇ ਉਸ ਤੋਂ ਬਾਅਦ ਜਿਹੜੇ ਤੁਸੀਂ ਘਿਓ ਮੱਖਣ ਦੀ ਗੱਲ ਕਰਦੇ ਹੋ ਜੀ, ਉਹ ਅਸੀਂ ਲੱਸੀ ਬਣਾ ਕੇ ਲੈ ਜਾਂਦੇ ਆ। ਉਦੋਂ ਸਾਡੇ ਕੋਲੇ ਘਿਓ ਨਿਕਲਦਾ ਗਾ, ਉਹ ਸਾਡੇ ਕੋਲੇ ਤਾਂ ਤਿਆਰ ਨਹੀਂ ਹੁੰਦਾ ਉਹਨਾਂ ਜਿੰਨਾ ਸਾਥੋਂ ਮੰਗ ਕਰ ਰਹੇ ਹੈਗੇ। ਅੱਛਾ ਜੀ। ਹਾਂ, ਜਿਵੇਂ ਹੁਣ ਸਾਗ ਦੀ ਗੱਲ ਕਰ ਲਈਏ, ਸਾਗ ਹਜੇ ਉਹਨਾਂ ਤਿਆਰ ਹੈ ਨਹੀਂ। ਸਾਗ ਸਾਡੇ ਕੋਲੇ ਮਿੰਟਾਂ ਸਕਿੰਟਾਂ 'ਚ ਹੀ ਖਤਮ ਹੋ ਜਾਂਦਾ ਹੈ। ਅੱਛਾ ਜੀ। ਤੇ ਬਾਕੀ ਸਿਰੇ ਤੁਹਾਨੂੰ ਦੱਸ ਹੀ ਦਿੱਤਾ ਇਹ ਸਾਰਾ ਕੁਝ। ਅੱਛਾ, ਸਾਗ ਆਂਟੀ ਬਣਾ ਕੇ ਲੈ ਕੇ ਜਾਂਦੇ ਨੇ, ਤੁਸੀਂ ਮਾਤਾ ਜੀ ਤੇ ਤੋੜ ਕੇ ਖੇਤ ਚੋਂ ਤੇ ਹੱਥ ਦਾ ਚੁੱਲ੍ਹੇ ਤੇ ਰਿੰਨਿਆ ਹੋਇਆ ਸਾਗ? ਹਾਂਜੀ, ਲੇਬਰ ਵਾਲੇ ਨਾਲ ਕੁੜੀਆਂ ਤਿਆਰ ਕਰ ਦਿੰਦੀਆਂ ਜੀ, ਮਾਤਾ ਨਾਲ ਸਹਿਯੋਗ ਦਿੰਦੇ ਆ। ਤੇ ਵੀ ਇਸ ਤਰ੍ਹਾਂ ਅਸੀਂ ਰਲ ਮਿਲ ਕੇ ਸਾਰੇ ਜਣੇ ਵੀ ਆਪਦਾ ਸਾਗ ਤਿਆਰ ਕਰਕੇ, ਲੱਸੀ ਤਿਆਰ ਕਰਕੇ ਸੁਬਾਹ ਪੈਕ ਕਰਨੀ, ਸਾਰਾ ਇਹ ਸਮਾਨ ਉੱਥੇ ਸਬਜ਼ੀ ਦੇ ਨਾਲ ਹੀ ਸੇਲ ਕਰਨੀ। ਸਹੀ ਗੱਲ ਹੈ। ਜੋ ਪਿੰਡਾਂ ਦੇ ਘਰਾਂ ਦੀ ਜੋ ਨਾ ਸੌਗਾਤ ਹੁੰਦੀ ਆ, ਉਹ ਜਿਹੜੇ ਅੰਕਲ ਆਂਟੀ ਨੇ ਉਹ ਸ਼ਹਿਰਾਂ ਦੇ ਵਿੱਚ ਪਹੁੰਚਾ ਰਹੇ ਨੇ, ਬਠਿੰਡਾ ਦੇ ਵਿੱਚ ਪਹੁੰਚਾ ਰਹੇ ਨੇ। ਉੱਥੇ ਖੁਦ ਆਪਣੇ ਜਿਹੜਾ ਹੈਗਾ ਹੱਥਾਂ ਦੇ ਨਾਲ, ਉੱਥੇ ਹਜੇ ਹਫਤੇ 'ਚ 2 ਦਿਨ ਹੀ ਆਉਂਦੇ, ਕਿਉਂਕਿ ਹਜੇ ਲਿਮਿਟਿਡ ਜਿਹੜੇ ਨੇ ਇਹਨਾਂ ਕੋਲੇ ਸਬਜ਼ੀ ਵੀ ਲਿਮਿਟਿਡ ਹੁੰਦੀ ਹੈ ਜਾਂ ਹੋਰ ਚੀਜ਼ਾਂ ਨੇ ਉਹ ਵੀ ਲਿਮਿਟਿਡ ਹੁੰਦੀਆਂ। ਪਰ ਫਿਰ ਵੀ ਉਪਰਾਲਾ ਬੜਾ ਨੇਕ ਹੈ ਦੋਨੋਂ ਹਸਬੈਂਡ ਵਾਈਫ ਦਾ। ਪਿੰਡ ਮਹਿਮਾ ਸਵਾਈ ਤੋਂ ਬੋਲੀ ਹਾਲੀ ਬਾਬਾ ਦੇ ਲਈ ਆਕਾਂਕਸ਼ਾ ਸਕਸੇਨਾ।